नगर निगम ਨੂੰ ਲਾਇਆ 100 ਕਰੋੜ ਰੁਪਏ ਦਾ ਜੁਰਮਾਨਾ। ਝੁੱਗੀਆਂ ਦੇ ਵਿੱਚ ਅੱਗ ਲੱਗਣ ਦੇ ਨਾਲ ਹੋਈ ਸੀ 7 ਲੋਕਾਂ ਦੀ ਮੌਤ। ਪਰਿਵਾਰ ਨੂੰ 57.5 ਲੱਖ ਦੇਣ ਦੇ ਲਈ ਕਿਹਾ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਜ਼ਦ ਗੈਂਗਸਟਰ ਜੁੱਗੂ ਭਗਵਾਨਪੁਰੀਆ ਦੀ ਅੱਜ ਗੁਰਦਾਸਪੁਰ ਕੋਰਟ ਦੇ ਵਿੱਚ ਪੇਸ਼ੀ। ਹੋਰ ਰਿਮਾਂਡ ਦੀ ਮੰਗ ਕਰ ਸਕਦੀ ਹੈ ਕਲਾਨੌਰ ਪੁਲਿਸ। ਜਨਵਰੀ ਮਹੀਨੇ ਦੇ ਵਿੱਚ ਬਾਰਡਰ ਪਾਰੋਂ ਆਈ 53 ਕਿਲੋ ਹੈਰੋਇਨ ਅਤੇ ਪਿਸਤੌਲਾਂ ਦਾ ਮਾਮਲਾ। ਮੂਸੇਵਾਲਾ ਦੇ ਗੁਨਾਹਗਾਰ ਪ੍ਰਵਰਤ ਫੌਜੀ ਅਤੇ ਦੀਪਕ ਦਾ ਮਾਨਸਾ ਪੁਲਿਸ ਨੂੰ ਫਿਰ ਮਿਲਿਆ ਰਿਮਾਂਡ। ਪਹਿਲਾਂ ਭੇਜਿਆ ਗਿਆ ਸੀ ਜੇਲ੍ਹ। ਆਲਟੋ ਕਾਰ ਖੋਹਣ ਅਤੇ ਦੀਪਕ ਮੁੰਡੀ ਨੂੰ ਲੈ ਕੇ ਕੀਤੀ ਜਾਏਗੀ ਪੁੱਛਗਿੱਛ। AGTF ਨੇ ਬਠਿੰਡਾ ਦੇ ਵਿੱਚ ਕਾਬੂ ਕੀਤੇ ਗੈਂਗਸਟਰ ਗੋਲਡੀ ਬਰਾੜ ਦੇ 2 ਕਰੀਬੀ। ਹਰਿਆਣਾ ਭੱਜਣ ਦੀ ਫਿਰਾਕ ਦੇ ਵਿੱਚ ਸਨ ਮਲਕੀਤ ਕਿੱਟਾ ਤੇ ਹਰਦੀਪ ਮਾਮਾ। 7 ਪਿਸਤੌਲਾਂ ਤੇ SI ਦੀ ਵਰਦੀ ਬਰਾਮਦ। ਵਿੱਕੀ ਮਿਡੋਖੜਾ ਕਤਲ ਮਾਮਲੇ ਦੇ ਵਿੱਚ ਨਿਊਜ਼ 18 ਦੇ ਕੋਲ ਐਕਸਕਲੂਸਿਵ ਜਾਣਕਾਰੀ। ਆਰਮੀ ਨਿਆਂ ਦੀ ਜੇਲ੍ਹ ਦੇ ਵਿੱਚ ਰਚੀ ਗਈ ਸੀ ਸਾਜ਼ਿਸ਼। ਲੱਕੀ ਪਟਿਆਲ ਨੇ ਕੀਤੀ ਸੀ ਪਲੈਨਿੰਗ। ਸ਼ਗਨਪ੍ਰੀਤ ਤੇ ਮਿਡੋਖੜਾ ਦੀ ਰੇਕੀ ਕਰਨ ਦੇ ਇਲਜ਼ਾਮ। ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਦੇ ਵਿੱਚ DGP CPS ਅਤੇ SSPs ਨੂੰ ਦਿੱਤੇ ਸਖਤ ਕਾਰਵਾਈ ਦੇ ਹੁਕਮ। ਕਿ NDPC ਐਕਟ ਦੇ ਤਹਿਤ ਜ਼ਬਤ ਕਰੋ ਜਾਇਦਾਦ। ਭਗੌੜਿਆਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਗਿਰਫਤਾਰ। ਸੀਨੀਅਰ ਵਕੀਲ ਵਿਨੋਦ ਕਈ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ। ਅਨਮੋਲ ਰਤਨ ਸਿੱਧੂ ਦੀ ਲੈਣਗੇ ਥਾਂ। CM ਬੋਲੇ ਸਰਕਾਰ ਦੇ ਵਿੱਚ ਹੁੰਦੇ ਰਹਿੰਦੇ ਨੇ ਪ੍ਰਸ਼ਾਸਨਿਕ ਫੇਰਬਦਲ। ਅੱਗੇ ਵੀ ਲੈਂਦੇ ਰਹਾਂਗੇ ਅਨਮੋਲ ਰਤਨ ਸਿੱਧੂ ਦੀਆਂ ਸੇਵਾਵਾਂ। ਦਰਬਾਰ ਸਾਹਿਬ ਦੇ ਵਿੱਚ ਕਈ ਥਾਈਂ ਲੱਗੇ ਬੰਦੀ ਸਿੱਖਾਂ ਦੇ ਪੋਸਟਰ। ਜਥੇਦਾਰਾਂ ਤੇ SGPC ਪ੍ਰਧਾਨ ਦੇ ਆਦੇਸ਼ਾਂ ਦੇ ਪੋਸਟਰ ਲੱਗੇ। ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਕੀਤੀ ਮੰਗ। ਬਠਿੰਡਾ ਦੇ ਵਿੱਚ ਕੜਾ ਪਾ ਕੇ ਇਮਤਿਹਾਨ 'ਚ ਬੈਠਣ ਤੋਂ ਰੋਕਣ ਦੇ ਮਾਮਲੇ ਨੇ ਫੜਿਆ ਤੂਲ। ਜਥੇਦਾਰ ਬੋਲੇ ਨਿੰਦਣਯੋਗ ਹੈ ਮਾਮਲਾ। ਸਰਕਾਰ ਧਿਆਨ ਦੇਵੇ ਤਾਂ SGPC ਪ੍ਰਧਾਨ ਧਾਮੀ ਨੇ ਵੀ ਕੀਤੀ ਕਾਰਵਾਈ ਦੀ ਮੰਗ। ਸਿਮਰਨਜੀਤ ਮਾਨ ਨੇ ਸੰਸਦ ਦੇ ਵਿੱਚ ਚੁੱਕਿਆ ਜੱਜਾਂ ਦੀ ਨਿਯੁਕਤੀ ਦਾ ਮੁੱਦਾ। ਪੁੱਛਿਆ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਹੈ ਕੋਈ ਸਿੱਖ ਜੱਜ। ਤਾਂ ਜਵਾਬ ਦੇ ਵਿੱਚ ਬੋਲੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜੱਜ ਬਣਨ ਤੋਂ ਨਹੀਂ ਰੋਕਦੀ ਸਰਕਾਰ। ਅਕਾਲੀ ਦਲ ਦੇ ਵਿੱਚ ਉੱਠ ਰਹੇ ਬਾਗੀ ਸੁਰਾਂ ਦੇ ਵਿਚਾਲੇ ਅੱਜ ਹੋਏਗੀ ਕੋਰ ਕਮੇਟੀ ਦੀ ਅਹਿਮ ਬੈਠਕ। ਝੁੰਦਾ ਕਮੇਟੀ ਦੀ ਰਿਪੋਰਟ ਤੇ ਹੋ ਸਕਦੀ ਹੈ ਚਰਚਾ। ਰਾਸ਼ਟਰਪਤੀ ਚੋਣ ਦੌਰਾਨ ਵਿਧਾਇਕ ਮਨਪ੍ਰੀਤ ਦਿਆਲੀ ਨੇ ਦਿਖਾਏ ਸਨ ਬਾਗੀ ਤੇ ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਸੋਨੀਆ ਗਾਂਧੀ ਤੋਂ ਅੱਜ ਫਿਰ ਹੋਏਗੀ ਪੁੱਛਗਿੱਛ। ਅਕਾਲੀ ਜੀ ਨੇ 6 ਘੰਟਿਆਂ ਤੱਕ ਕੀਤੇ ਸਨ ਸਵਾਲ ਜਵਾਬ। ਪੁੱਛਗਿੱਛ ਦੇ ਵਿਰੋਧ ਦੇ ਵਿੱਚ ਅੱਜ ਜਾਰੀ ਰਹੇਗਾ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ। ਫਰੀਦਕੋਟ ਦੇ ਹਸਪਤਾਲ ਤੋਂ ਫਰਾਰ ਕੈਦੀ ਮਾਮਲੇ ਦੇ ਵਿੱਚ ਸੁਰੱਖਿਆ ਕਰਮੀਆਂ ਤੇ ਡਿੱਗੀ ਗਾਜ। 3 ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ। ਕਤਲ ਕੇਸ ਦਾ ਮੁਲਜ਼ਮ ਚਕਮਾ ਦੇ ਕੇ ਹਸਪਤਾਲ ਤੋਂ ਹੋਇਆ ਸੀ ਰਫੂ ਚੱਕਰ। ਸਿੱਪੀ ਸਿੱਧੂ ਮਟਰ ਕੇਸ ਦੇ ਵਿੱਚ ਮੁਲਜ਼ਮ ਕਲਿਆਣੀ ਸਿੰਘ ਦੀ ਜ਼ਮਾਨਤ ਅਰਜ਼ੀ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ। ਹੇਠਲੀ ਅਦਾਲਤ ਤੇ ਪਟੀਸ਼ਨ ਕਰ ਦਿੱਤੀ ਸੀ ਖਾਰਜ। CBI ਨੇ 7 ਸਾਲ ਬਾਅਦ ਕੇਸ ਦੇ ਵਿੱਚ ਕਲਿਆਣੀ ਨੂੰ ਕੀਤਾ ਗਿਰਫਤਾਰ। ਅਬੋਹਰ ਦੇ ਪਿੰਡ ਰਾਮਗੜ੍ਹ ਨੂੰ ਲੋਕਾਂ ਨੇ ਪਿੰਡ ਨੂੰ ਐਲਾਨਿਆ ਵਿਕਾਊ। ਕਿਹਾ ਹਰ ਸਾਲ ਪੈਂਦੀ ਹੈ ਪਾਣੀ ਦੀ ਮਾਰ ਪਰ ਪ੍ਰਸ਼ਾਸਨ ਨਹੀਂ ਲੈਂਦਾ ਸਾਥ। ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਪੰਜਾਬ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰਿਅਤ ਦੇ ਨਾਲ ਹੋਵੋਗੇ। ਸ਼ੁਰੂਆਤ ਕਰਾਂਗੇ ਖਬਰਾਂ ਦੀ। ਸਭ ਤੋਂ ਪਹਿਲਾਂ ਲੁਧਿਆਣਾ ਤੋਂ। ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। NGT ਨੇ ਲੁਧਿਆਣਾ ਨਗਰ ਨਿਗਮ ਨੂੰ ਜੁਰਮਾਨਾ ਲਗਾਇਆ। ਜੁਰਮਾਨਾ ਭਰਨ ਦੇ ਲਈ ਦੱਸੇ ਕਿ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਕੂੜੇ ਦੇ ਢੇਰ ਨੂੰ ਅੱਗ ਲੱਗਣ ਦੇ ਕਾਰਨ 7 ਲੋਕਾਂ ਦੀ ਮੌਤ ਦਾ ਇਹ ਮਾਮਲਾ ਹੈ। ਇਸ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਤੇ ਵੱਡਾ ਜੁਰਮਾਨਾ ਲਗਾਇਆ ਗਿਆ। 100 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਲੁਧਿਆਣਾ ਨਗਰ ਨਿਗਮ ਨੂੰ। ਇਸੇ ਸਾਲ 20 ਅਪ੍ਰੈਲ ਨੂੰ ਤਾਜਪੁਰ ਰੋਡ ਡੰਪ ਸਾਈਟ ਤੇ ਜਿਹੜੀ ਅੱਗ ਲੱਗੀ ਸੀ ਔਰ ਮੁਆਵਜ਼ੇ ਦੇ ਤੌਰ ਤੇ ਪਰਿਵਾਰ ਨੂੰ 57.5 ਲੱਖ ਦੇਣ ਲਈ ਆਖਿਆ ਗਿਆ ਔਰ 50 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਵੇ। ज्यादा जानकारी के लिए सुशील पांडे ने सारे फोन लाइन पे दिल्ली तो। सुशील, क्या कुछ आपके पास जानकारी? देखिए, एक बड़ा झटका फिलहाल एजीपी ने लुधियाना नगर निगम को दिया है। हालांकि 100 करोड़ का जुर्माना जैसा आप बता रही हैं वो ने लगाया है लुधियाना नगर निगम को। और न केवल 100 करोड़ का जुर्माना लगाया है बल्कि मरने वाले के परिजनों को 57 लाख रुपए का कंपनसेशन देने का आदेश दिया है। ये जो पूरी घटना है वो फिलहाल 20 अप्रैल 2022 के ताजपुर लुधियाना की है, जहां पर 20 लाख टन कचरे में पहाड़ के पास एक आग किसी कारणवश लगी, जहां पर वहां उस समय 7 लोग रहते थे, जिसके बाद वहां आग लगी और 7 लोग फिलहाल उस आग में झुलसकर मर गए। जी,
एनजीटी फिलहाल इस पूरे मामले की सुनवाई कर रही थी और 25 अप्रैल को इस पूरे मामले में एनजीटी का बड़ा एक आदेश आया। हालांकि एनजीटी ने यह पाया कि लुधियाना नगर निगम से जो डंपिंग साइट है वहां पर फिलहाल किसी भी प्रकार की कोई व्यवस्था नहीं थी और उसके बाद जांच का आदेश जब एनजीटी ने इस पूरे मामले में दिया तो जो रिपोर्ट में खुलासा हुआ उस रिपोर्ट के मुताबिक जो भी डंपिंग साइट लुधियाना में है वहां पर नगर निगम के द्वारा कोई भी तथाकथित कदम नहीं उठाए गए, जिस पर एनजीटी ने न केवल नाराजगी जताई बल्कि वहां के जो डीएम हैं उनको ये आदेश दिया है कि जो जुर्माना है वो फिलहाल 100 करोड़ का वो दिया जाएगा और इस पूरे रकम को एक सप्ताह एक महीने के अंदर जमा करना है और अगर एक महीने के अंदर ये जमा नहीं होगा तो पंजाब सरकार इस पैसे का भुगतान करेगी। जो फिलहाल ये जुर्माना है उस जुर्माने का जो प्रावधान होगा यानी कि ये पैसा जो यूज किया जाएगा वो डंपिंग साइट से उपचारात्मक जो उपाय हैं कि किस प्रकार डंपिंग साइट पर चीजों को रोका जाए, कैसे लोगों को वहां से दूर रखा जाए, उन प्रक्रियाओं में इनका इस्तेमाल किया जाएगा। लेकिन एक बड़ा झटका जरूर है लुधियाना डंपिंग साइट को लेकर एनजीटी का, जिसमें कहीं ना कहीं 100 करोड़ का जुर्माना अब एनजीटी के आदेश के मुताबिक देना होगा। अगर जुर्माना देने में विवश होता है लुधियाना नगर निगम तो पंजाब सरकार इस जुर्माने को अब वहन करेगी। जी जी ठीक है सुशील, बहुत बहुत धन्यवाद तमाम जानकारी के लिए। सो लुधियाना नगर निगम ਨੂੰ ਵੱਡਾ ਝਟਕਾ ਵੀ ਲੱਗਾ और 100 करोड़ रुपए जुर्माना अदा करना होगा तो समा एक दिता गया निश्चित समा। और रोहित गौड़ ने साडे नाल फोन लाइन ते रोहित की कुछ जानकारी है जेकर अदा नहीं किए जाते फिर पंजाब सरकार ਨੂੰ पैसे अदा करने पैणगे? बिल्कुल गुरजोत, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਹੈ ਕਿ ਅਗਰ ਨਗਰ ਨਿਗਮ ਜਿਹੜਾ ਹੈਗਾ ਵਾ 100 ਕਰੋੜ ਦੀ ਜਿਹੜੀ ਜੁਰਮਾਨਾ ਹੈਗਾ ਉਹ ਜਮ੍ਹਾਂ ਨਹੀਂ ਕਰਾਉਂਦਾ ਤਾਂ ਉਸ ਦਾ ਜੁਰਮਾਨਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਹੀ ਦੇਣਾ ਪਊਗਾ ਕਿਉਂਕਿ ਨਗਰ ਨਿਗਮ ਜਿਹੜਾ ਵਾ ਉਹ ਪੰਜਾਬ ਸਰਕਾਰ ਦੇ ਹੀ ਅੰਡਰ ਆਉਂਦਾ ਵਾ ਤਾਂ ਇਸ ਕਰਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਦਾ ਵੀ ਗਲੇ ਦਾ ਜਿਹੜਾ ਵਾ ਫੰਦਾ ਬੰਦਾ ਹੋਇਆ ਨਜ਼ਰ ਆ ਰਿਹਾ ਹੈ 100 ਕਰੋੜ ਦਾ ਜਿਹੜਾ ਜੁਰਮਾਨਾ ਹੈਗਾ ਵਾ। ਤੇ ਦੂਜੇ ਪਾਸੇ ਜੇ ਅਗਰ ਗੱਲ ਕੀਤੀ ਜਾਵੇ ਤਾਂ ਇਹ 20 ਤਰੀਕ ਦਾ ਮਾਮਲਾ ਹੈਗਾ ਔਰ 20 ਤਰੀਕ ਨੂੰ ਇੱਕ ਪਰਿਵਾਰ ਦੇ 7 ਜੀ ਉਸ ਵੇਲੇ ਜਲ ਕੇ ਖਾਕ ਹੋ ਗਏ ਜਿਸ ਵੇਲੇ ਕੂੜੇ ਦੇ ਡੰਪ ਨੂੰ ਪਿਛਲੇ 1 ਮਹੀਨੇ ਤੋਂ ਲਗਾਤਾਰ ਅੱਗ ਲੱਗੀ ਹੋਈ ਸੀਗੀ। ਤਾਂ ਉਸ ਚੀਜ਼ ਨੂੰ ਅੱਗ ਨੂੰ ਬੁਝਾਉਣ ਵਾਸਤੇ ਜਿਹੜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਸੀਗੇ ਉਹ ਵੀ ਲਗਾਤਾਰ ਉਸ ਨੂੰ ਅੱਗ ਨੂੰ ਦੇ ਉੱਤੇ ਕੰਟਰੋਲ ਕਰ ਰਹੇ ਸੀਗੇ। ਫਾਇਰ ਜਿਸ ਵੇਲੇ ਇਹ ਹਾਦਸਾ ਆਇਆ ਉਸ ਵੇਲੇ ਵੀ ਅਸੀਂ ਜਦੋਂ ਫਾਇਰ ਕਰਮਚਾਰੀਆਂ ਨੂੰ ਮਿਲੇ ਸੀ ਔਰ ਉਹਨਾਂ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਅੱਗ ਰਹਿ ਕੇ ਸੁਲਗਦੀ ਪਈ ਆ ਔਰ ਇਸ ਚੀਜ਼ ਨੂੰ ਲੈ ਕੇ 25 ਤਰੀਕ ਨੂੰ ਜਿਹੜੀ ਐਨਜੀਟੀ ਦੀ ਜਿਹੜੀ ਟੀਮ ਸੀਗੀ ਉਹ ਵੀ ਲੁਧਿਆਣੇ ਪੁੱਜੀ ਸੀਗੀ ਔਰ ਉਸ ਦੇ ਵਿੱਚ ਰਿਟਾਇਰਡ ਜੱਜ ਸੀਗੇ ਔਰ ਸੰਤ ਸੀਚੇਵਾਲ ਜਿਹੜੇ ਕਿ ਐਨਜੀਟੀ ਦੇ ਮੈਂਬਰ ਵੀ ਹੈਗੇ ਨੇ ਉਹ ਵੀ ਪਹੁੰਚੇ ਸੀਗੇ। ਤਾਂ ਉਹਨਾਂ ਪੱਖੋਂ ਸੀ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀਗਾ ਕਿ ਇਸ ਚੀਜ਼ ਨੂੰ ਲੈ ਕੇ ਅਸੀਂ ਲੁਧਿਆਣਾ ਨਗਰ ਨਿਗਮ ਨੂੰ ਜੁਰਮਾਨਾ ਜ਼ਰੂਰ ਲਗਾਵਾਂਗੇ ਔਰ ਜੁਰਮਾਨਾ ਲਗਾਉਣ ਦਾ ਜਿਹੜਾ ਵਾ ਪ੍ਰਾਵਧਾਨ ਜੇਕਰ ਉਹ ਨਹੀਂ ਦਿੰਦੇ ਨੇ ਤਾਂ ਉਸ ਚੀਜ਼ ਨੂੰ ਲੈ ਕੇ ਅਸੀਂ ਸੁਪਰੀਮ ਕੋਰਟ ਦਾ ਵੀ ਰੁਖ ਅਪਣਾਵਾਂਗੇ। ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਉਸੇ ਵੇਲੇ ਹੀ ਕਿਤੇ ਨਾ ਕਿਤੇ ਕਲੀਅਰ ਹੋ ਚੁੱਕੀਆਂ ਸੀਗੀਆਂ ਪਰ ਇਸ ਚੀਜ਼ ਨੂੰ ਸ਼ਾਇਦ ਲੁਧਿਆਣਾ ਨਗਰ ਨਿਗਮ ਨੇ ਬੜਾ ਹੀ ਹਲਕੇ ਤੇ ਲਿੱਤਾ ਤੇ ਬਿਲਕੁਲ ਔਰ ਉਸ ਦਾ ਜੁਰਮਾਨਾ ਅਦਾ ਕਰਨਾ ਹੋਏਗਾ ਰੋਹਿਤ ਉਹਨਾਂ ਨੂੰ ਜੇਕਰ ਹਲਕੇ ਦੇ ਵਿੱਚ ਲਿਆ ਗਿਆ ਸੀ। ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ, ਧੰਨਵਾਦ ਹੈ। ਤਾਂ ਸਿੱਧੇ ਤੌਰ ਤੇ ਹੁਣ ਸਮਾਂ ਦਿੱਤਾ ਗਿਆ ਨਿਸ਼ਚਿਤ ਸਮਾਂ 1 ਮਹੀਨੇ ਦਾ ਇਸ ਦੇ ਵਿੱਚ ਅਦਾ ਕਰਨੇ ਪੈਣਗੇ ਪੈਸੇ। ਜੇਕਰ ਨਗਰ ਨਿਗਮ ਨਹੀਂ ਕਰਦਾ ਤਾਂ ਸਰਕਾਰ ਭਰ ਸਕਦੀ ਹੈ। ਅੱਗੇ ਵਧਾਂਗੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕਰਾਂਗੇ ਜਿਸ ਦੀ ਕੋਰਟ ਦੇ ਵਿੱਚ ਅੱਜ ਪੇਸ਼ੀ ਹੈ। ਜੱਗੂ ਨੂੰ ਗੁਰਦਾਸਪੁਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਕਲਾਨੌਰ ਪੁਲਿਸ ਦੇ ਕੋਲ ਰਿਮਾਂਡ ਤੇ ਇਸ ਵੇਲੇ ਜੱਗੂ ਅੱਜ 6 ਦਿਨਾਂ ਦਾ ਖਤਮ ਹੋ ਰਿਹਾ ਰਿਮਾਂਡ। 53 ਕਿਲੋ ਹੈਰੋਇਨ ਮਾਮਲੇ ਦੇ ਵਿੱਚ ਪੁੱਛਗਿੱਛ ਹੋ ਰਹੀ ਹੈ ਔਰ ਜੱਗੂ ਦਾ ਹੋਰ ਰਿਮਾਂਡ ਲੈਣ ਦੀ ਮੰਗ ਕਰ ਸਕਦੀ ਹੈ ਕਲਾਨੌਰ ਪੁਲਿਸ। ਦੱਸਦੀ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਬਾਰਡਰ ਦੇ ਪਾਰੋਂ ਜਿਹੜੀ ਹੈਰੋਇਨ ਹੈ ਔਰ ਪਿਸਤੌਲਾਂ ਨੇ ਉਸ ਦੀ ਤਸਕਰੀ ਹੋਈ ਸੀ। ਮੂਸੇਵਾਲਾ ਕਤਲकांड ਦੇ ਵਿੱਚ ਵੀ ਜੱਗੂ ਭਗਵਾਨਪੁਰੀਆ ਨਾਮਜ਼ਦ ਹੈ ਕਿਉਂਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਇਸ ਨੂੰ ਲੈ ਕੇ ਲਗਾਤਾਰ ਖੁਲਾਸੇ ਵੀ ਹੋ ਰਹੇ ਨੇ। ਔਰ ਖਾਸ ਤੌਰ ਤੇ ਹੁਣ ਦੀ ਗੱਲ ਕਰਾਂਗੇ ਤਾਂ ਰਿਮਾਂਡ ਅਤੇ 6 ਦਿਨ ਦਾ ਰਿਮਾਂਡ ਜਿਹੜਾ ਖਤਮ ਹੋ ਚੁੱਕਿਆ ਕਲਾਨੌਰ ਪੁਲਿਸ ਦੇ ਕੋਲ ਸੀ ਜੱਗੂ ਭਗਵਾਨਪੁਰੀਆ। ਤਾਂ ਹੁਣ ਫਿਰ ਤੋਂ ਕੋਰਟ ਦੇ ਵਿੱਚ ਪੇਸ਼ੀ ਔਰ ਵੇਖਣਾ ਹੋਏਗਾ ਕਿ ਅੱਗੇ ਹੁਣ ਰਿਮਾਂਡ ਜਿਹੜਾ ਹੋਰ ਲਿਆ ਜਾਂਦਾ ਜਾਂ ਫਿਰ ਦੁਬਾਰਾ ਤੋਂ ਕੋਰਟ ਭੇਜਿਆ ਜਾਂਦਾ। ਇਹ ਕਾਫੀ ਅਹਿਮ ਹੈ ਕਿਉਂਕਿ ਜੱਗੂ ਭਗਵਾਨਪੁਰੀਆ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਮਜ਼ਦ ਹੈ। ਸੋ ਅੱਜ ਮੁੜ ਤੋਂ ਗੈਂਗਸਟਰ ਜੱਗੂ ਦੀ ਪੇਸ਼ੀ ਔਰ ਖਾਸ ਤੌਰ ਤੇ ਜੱਗੂ ਭਗਵਾਨਪੁਰੇ ਦਾ ਜ਼ਿਕਰ ਕਰਦੇ ਆ ਤਾਂ ਪਿਛਲੇ ਦਿਨਾਂ ਦੇ ਵਿੱਚ ਅਹਿਮ ਜਿਹੜਾ ਉਹ ਕਈ ਸੁਰਾਗ ਲੈਣ ਦੀ ਜਾਂ ਕਹਿ ਲਈਏ ਕਿ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ। ਉਧਰ ਸ਼ਾਰਪ ਸ਼ੂਟਰ ਪ੍ਰਵਰਤ ਫੌਜੀ ਮੁੜ ਪੁਲਿਸ ਰਿਮਾਂਡ ਦੇ ਵਿੱਚ ਹੈ। ਮਾਨਸਾ ਪੁਲਿਸ ਨੂੰ ਫਿਰ ਤੋਂ ਰਿਮਾਂਡ ਹਾਸਿਲ ਹੋਇਆ ਹੈ।
ਕੋਰਟ ਨੇ 29 ਜੁਲਾਈ ਤੱਕ ਦੱਸਿਆ ਕਿ ਰਿਮਾਂਡ ਤੇ ਭੇਜ ਦਿੱਤਾ। ਦੋਹਾਂ ਤੋਂ ਦੀਪਕ ਮੁੰਡੀ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਏਗੀ। ਸ਼ਾਰਪ ਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਚੱਲ ਰਿਹਾ ਹੈ ਔਰ ਲਗਾਤਾਰ ਇਹ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਦੀਪਕ ਮੁੰਡੀ ਹੈ ਕਿੱਥੇ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਸਾਡੇ ਕੋਲ ਵੱਡੀ ਲੀਡ ਹੈ ਤਾਂ ਪ੍ਰਵਰਤ ਫੌਜੀ ਦਾ ਜ਼ਿਕਰ ਕੀਤਾ ਜਾਵੇ। ਪ੍ਰਵਰਤ ਫੌਜੀ ਉਹ ਸ਼ਾਰਪ ਸ਼ੂਟਰ ਹੈ ਜਿਹੜਾ ਕਿ ਨਾਲ ਮੌਜੂਦ ਸੀ ਔਰ ਜਿਸ ਦੇ ਵੱਲੋਂ ਵੀ ਗੋਲੀਆਂ ਵਰਾਈਆਂ ਗਈਆਂ ਸਨ ਔਰ ਇਸ ਵੇਲੇ ਹੁਣ ਫਿਰ ਤੋਂ ਰਿਮਾਂਡ ਮਿਲ ਗਿਆ। ਇਸ ਤੋਂ ਪਹਿਲਾਂ ਨਿਆਇਕ ਹਿਰਾਸਤ 'ਚ ਇਹਨਾਂ ਨੂੰ ਭੇਜ ਦਿੱਤਾ ਸੀ ਦੋਵਾਂ ਜਣਿਆਂ ਨੂੰ, ਪਰ ਹੁਣ ਫਿਰ ਤੋਂ ਇਹਨਾਂ ਦਾ ਰਿਮਾਂਡ ਹਾਸਿਲ ਹੋਇਆ ਮਾਨਸਾ ਪੁਲਿਸ ਨੂੰ। ਪੁਲਿਸ ਕਿਸੇ ਵੀ ਤਰ੍ਹਾਂ ਦੇ ਨਾਲ ਲੀਨੀਅੰਸੀ ਜਿਹੜੀ ਹੈ ਉਹਨਾਂ ਦੇ ਨਾਲ ਨਹੀਂ ਵਰਤ ਰਹੀ ਹੈ ਔਰ ਪੂਰੀ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਜਾ ਰਹੀ ਹੈ। ਬਲਦੇਵ ਸ਼ਰਮਾ ਨੇ ਫੋਨ ਲਾਈਨ ਤੇ। ਬਲਦੇਵ ਕੀ ਕੁਝ ਜਾਣਕਾਰੀ ਹੈ? ਜੀ, ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਜਿਸ ਦਿਨ 29 ਮਈ ਨੂੰ ਇਹ ਵਾਰਦਾਤ ਕਰਕੇ ਭੱਜਦੇ ਆ ਤਾਂ ਨਰਿੰਦਰਪੁਰਾ ਦੇ ਕੋਲ ਇਹਨਾਂ ਨੇ ਇੱਕ ਅਲਟੋ ਕਾਰ ਹੈ ਜਿਹੜੀ ਉਹਦੀ ਖੋਹ ਕੀਤੀ ਸੀ ਤੇ ਉਸ ਤੇ ਫਰਾਰ ਹੋਏ ਸੀ। ਉਸ ਕੇਸ ਦੇ ਵਿੱਚ ਪੁਲਿਸ ਹੈ ਜਿਹੜੀ 3 ਮੁਲਜ਼ਮਾਂ ਨੂੰ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਦੀਪਕ ਟੀਨੂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਹੈ ਤੇ ਉਹਨਾਂ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੇ 29 ਜੁਲਾਈ ਤੱਕ ਇਹਨਾਂ ਨੂੰ ਫਿਰ ਤੋਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਜਿੱਥੇ ਹੁਣ ਕਾਰ ਦੀ ਵਾਰਦਾਤ ਦੇ ਵਿੱਚ ਇਹਨਾਂ ਤੋਂ ਪੁੱਛਗਿੱਛ ਕਰੇਗੀ, ਉੱਥੇ ਦੀਪਕ ਮੁੰਡੀ ਦੇ ਬਾਰੇ ਵੀ ਤੇ ਹਥਿਆਰਾਂ ਬਾਰੇ ਵੀ ਹੈ ਜਿਹੜੀ ਲਗਾਤਾਰ ਪੁੱਛਗਿੱਛ ਕਰਕੇ ਉਹਨਾਂ ਤੋਂ ਜਿਹੜੇ ਰਾਜ ਹੈ ਉਹ ਬੁਲਾਉਣ ਦੀ ਕੋਸ਼ਿਸ਼ ਕਰੂ। ਜੀ ਠੀਕ ਹੈ ਬਲਦੇਵ, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਤਾਂ ਦੀਪਕ ਮੁੰਡੀ ਕਿੱਥੇ ਹੈ ਉਸ ਨੂੰ ਲੈ ਕੇ ਲਗਾਤਾਰ ਸਵਾਲ ਜਵਾਬ ਨੇ ਔਰ ਇਹਨਾਂ ਤੋਂ ਵੀ ਪੁੱਛਿਆ ਜਾਏਗਾ ਔਰ ਜੇਕਰ ਜਾਣਕਾਰੀ ਹੋਏਗੀ ਤਾਂ ਵੱਡਾ ਖੁਲਾਸਾ ਇਹ ਵੀ ਹੋ ਸਕਦਾ ਹੈ। ਤਾਂ ਇਸ ਤੋਂ ਇਲਾਵਾ ਇੱਕ ਆਲਟੋ ਕਾਰ ਲੁੱਟੀ ਗਈ ਸੀ, ਉਸ ਨੂੰ ਲੈ ਕੇ ਵੀ ਪੁੱਛਗਿੱਛ ਹੋਣੀ ਹੈ। ਤਾਂ ਉਧਰ ਬਠਿੰਡਾ ਦੇ ਵਿੱਚ AGTF ਨੇ ਕਾਬੂ ਕੀਤੇ ਨੇ ਗੋਲਡੀ ਬਰਾੜ ਦੇ 2 ਕਰੀਬੀ। ਹਰਿਆਣਾ ਭੱਜਣ ਦੀ ਫਿਰਾਕ ਦੇ ਵਿੱਚ ਸਨ ਔਰ ਮਲਕੀਤ ਕਿੱਤਾ ਤੇ ਹਰਦੀਪ ਮਾਮਾ ਇਹਨਾਂ ਦਾ ਨਾਂ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮੁਲਜ਼ਮ ਬਠਿੰਡਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਔਰ ਦੋਹਾਂ ਮੁਲਜ਼ਮਾਂ ਤੋਂ 7 ਪਿਸਤੌਲ ਔਰ ASI ਰੈਂਕ ਦੀ ਵਰਦੀ ਬਰਾਮਦ ਹੋਈ ਹੈ। ਗ੍ਰਿਫਤਾਰ ਮੁਲਜ਼ਮ ਬਠਿੰਡਾ ਦੇ ਪਿੰਡ ਪਥਰਾਲਾ ਦੇ ਰਾਹੀਂ ਹਰਿਆਣਾ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਇਲਾਵਾ DGP ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੇ ਗੈਂਗਸਟਰ ਸੁੱਖਾ ਦੋਨੇਕੇ ਦੇ 3 ਸਾਥੀਆਂ ਡਾਗਰ, ਫਤਿਹਨਗਰ ਅਤੇ ਕੌਸ਼ਲ ਚੌਧਰੀ ਨੂੰ ਉਦੋਂ ਵੀ ਮਾਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਦੋਂ ਨਕੋਦਰ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ 'ਚ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ। ਸੋ ਸਿੱਧੇ ਤੌਰ ਤੇ ਕਨੈਕਸ਼ਨ ਜਿਹੜੇ ਨੇ ਉਹ ਬਹੁਤ ਹੀ ਕਰੀਬ ਦੇ ਨਜ਼ਰ ਆ ਰਹੇ ਨੇ ਔਰ ਗੋਲਡੀ ਬਰਾੜ ਦੇ ਇਹ ਦੋਵੇਂ ਗੈਂਗਸਟਰ ਕਹਿ ਲਈਏ, ਗੁਰਗੇ ਕਹਿ ਲਈਏ, ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਾ ਚੁੱਕਿਆ। ਇਹਨਾਂ ਤੋਂ ਅਸਲਾ ਵੀ ਬਰਾਮਦ ਹੋਇਆ ਹੈ ਔਰ ਲਗਾਤਾਰ ਪੁਲਿਸ ਜਿਹੜੀ ਹੈ ਜਾਂ ਕਹਿ ਲਈਏ AGTF ਕਿਸੇ ਵੀ ਤਰ੍ਹਾਂ ਦੇ ਨਾਲ ਇੱਥੇ ਢਿੱਲ ਨਹੀਂ ਵਰਤ ਰਹੀ ਔਰ ਪੂਰੀ ਸਖਤੀ ਦੇ ਨਾਲ ਕਾਰਵਾਈ ਇਹਨਾਂ ਗੈਂਗਸਟਰਾਂ ਤੇ ਕੀਤੀ ਜਾ ਰਹੀ ਹੈ। ਉਧਰ DGP ਨੇ ਸੀਨੀਅਰ ਪੁਲਿਸ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਹੈ। CPS ਔਰ SSPs ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ। ਡਰੱਗ ਸਮਗਲਰ ਔਰ ਗੈਂਗਸਟਰਾਂ ਤੇ ਨਕੇਲ ਕੱਸੋ ਇਹ ਕਹਿ ਦਿੱਤਾ ਗਿਆ DGP ਦੇ ਵੱਲੋਂ ਭਗੌੜਿਆਂ, ਬੇਲ, ਜੰਪਰਾਂ ਨੂੰ ਪਹਿਲ ਦੇ ਆਧਾਰ ਤੇ ਫੜੋ, ਯਾਨੀ ਕਿ ਜਿਹੜੇ ਡਿਫਾਲਟਰ ਨੇ ਕਹਿ ਸਕਦੇ ਆ ਕਿਉਂਕਿ ਜੇਕਰ ਭਗੌੜਾ ਹੈ, ਬੇਲ ਤੇ ਆ ਜਾਂ ਫਿਰ ਜੰਪਰ ਨੇ ਉਹਨਾਂ ਨੂੰ ਪਹਿਲਾਂ ਫੜਿਆ ਜਾਵੇ। DGP ਨੇ ਕਿਹਾ PGR ਪੋਰਟਲ ਤੇ ਸ਼ਿਕਾਇਤਾਂ ਮਿਲੀਆਂ ਨੇ ਤਾਂ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ, ਯਾਨੀ ਕਿ ਪੂਰੀ ਤਰ੍ਹਾਂ ਦੇ ਨਾਲ ਸਖਤੀ ਜਿਹੜੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵਰਤ ਕੀਤੀ ਜਾ ਰਹੀ ਹੈ। AGTF ਦਾ ਜ਼ਿਕਰ ਕੀਤਾ ਜਾਵੇ, ਹੋਰ ਮੁਲਾਜ਼ਮ ਦਿੱਤੇ ਜਾ ਰਹੇ ਨੇ। ਵੀ ਪਿਛਲੇ ਦਿਨਾਂ ਦੇ ਵਿੱਚ ਜਾਣਕਾਰੀ ਆਈ ਸੀ ਤਾਂ ਪੂਰੀ ਤਰ੍ਹਾਂ ਦੇ ਨਾਲ ਮਜ਼ਬੂਤੀ ਜਿਹੜੀ ਹੈ ਟੀਮ ਦੀ ਕੀਤੀ ਜਾ ਰਹੀ ਹੈ। DGP ਦੇ ਵੱਲੋਂ CPS ਔਰ SSP ਸਭ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨਾਲ ਹੀ ਮੌਕੇ ਤੇ ਸਖਤ ਨਿਰਦੇਸ਼ ਦਿੱਤੇ ਗਏ। ਅੱਗੇ ਵਧਾਂਗੇ, ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰਾਂਗੇ। ਬਾਗੀ ਸੂਰਾਂ ਦੇ ਵਿਚਾਲੇ ਅਕਾਲੀ ਦਲ ਦਾ ਮੰਥਨ ਹੈ। ਅੱਜ ਅਕਾਲੀ ਦਲ ਕੋਰ ਕਮੇਟੀ ਦੀ ਅਹਿਮ ਬੈਠਕ ਹੈ ਔਰ ਝੁੰਦਾ ਕਮੇਟੀ ਦੀ ਰਿਪੋਰਟ ਤੇ ਦੱਸਦੇ ਕਿ ਚਰਚਾ ਹੋ ਸਕਦੀ ਹੈ। ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਇਹ ਕਮੇਟੀ ਬਣਾਈ ਗਈ ਸੀ ਜਿਸ ਦੀ ਜ਼ਿੰਮੇਵਾਰੀ ਇਹ ਲਗਾਈ ਗਈ ਸੀ ਕਿ ਹਰ ਇੱਕ ਹਲਕੇ ਦੇ ਵਿੱਚ ਗਰਾਊਂਡ ਤੇ ਜਾ ਕੇ ਘੋਖ ਪੜਤਾਲ ਕਰਨੀ ਹੈ ਜਾਂ ਕਹਿ ਲਈਏ ਕਿ ਵਿਚਾਰਾਂ ਲੈਣੀਆਂ ਨੇ ਕਿ ਆਖਰਕਾਰ ਇੰਨੀ ਵੱਡੀ ਹਾਰ ਦਾ ਕਾਰਨ ਕੀ ਰਿਹਾ ਤੇ ਇਸ ਵੇਲੇ ਕੀ ਕੁਝ ਹੈ ਲੋਕਾਂ ਦੀ ਮੰਗ। ਸੋ ਵਿਧਾਇਕ ਮਨਪ੍ਰੀਤ ਇਆਲੀ ਦਾ ਅਸੀਂ ਜ਼ਿਕਰ ਕਰਦੇ ਤਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਬਾਗੀ ਤੇਵਰ ਵੀ ਵਿਖਾਏ ਸੀ ਔਰ ਰਾਸ਼ਟਰਪਤੀ ਚੋਣ ਦਾ ਬਾਈਕਾਟ ਵੀ ਕਰ ਦਿੱਤਾ ਸੀ। ਸੋ ਜਿਸ ਤੋਂ ਬਾਅਦ ਨਜ਼ਰਾਂ ਟਿੱਕੀਆਂ ਨੇ ਇਸ ਰਿਪੋਰਟ ਤੇ ਕੀ ਰਿਪੋਰਟ ਹੁੰਦੀ ਹੈ। ਅਮਨ ਭਾਰਦਵਾਜ ਨੇ ਫੋਨ ਲਾਈਨ ਤੇ ਪੱਤਰਕਾਰ। ਅਮਨ, ਕੀ ਕੁਝ ਜਾਣਕਾਰੀ ਹੈ? ਮੰਨਿਆ ਜਾ ਸਕਦਾ ਹੈ ਕਾਫੀ ਅਹਿਮ ਹੈ ਅੱਜ ਦੀ ਇਹ ਮੀਟਿੰਗ। ਸਾਫ਼ ਤੌਰ ਤੇ ਗੁਰਜੋਤ, ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਚਾਹੇ ਉਹ ਪਾਰਟੀ ਦੇ ਅੰਦਰ ਜਾਂ ਸਿਆਸੀ ਤੌਰ ਤੇ ਬਾਹਰ ਜੋ ਇੱਕ ਇਲਜ਼ਾਮ ਲੱਗੇ ਔਰ ਜੋ ਮਾਹੌਲ ਹੈ ਖਾਸ ਕਰਕੇ ਪੰਜਾਬ ਦੀ ਸਿਆਸਤ ਦਾ ਉਸ ਤੇ ਚਰਚਾ ਹੋਣੀ ਹੈ ਔਰ 12 ਵਜੇ ਕੋਰ ਕਮੇਟੀ ਦੀ ਬੈਠਕ ਹੈ ਅਕਾਲੀ ਦਲ ਦੀ ਜੋ ਕਿ ਅਕਾਲੀ ਦਲ ਦਫ਼ਤਰ ਚੰਡੀਗੜ੍ਹ ਦੇ ਅੰਦਰ ਹੋਣੀ ਹੈ ਔਰ ਉਸ ਦੇ ਅੰਦਰ ਖਾਸ ਕਰਕੇ ਜੋ ਮੁੱਦੇ ਅਕਾਲੀ ਦਲ ਨੇ ਉਠਾਏ ਨੇ ਉਹਨਾਂ ਤੇ ਤਾਂ ਚਰਚਾ ਹੈ ਹੀ ਹੈ ਪਰ ਜੋ ਮਨਪ੍ਰੀਤ ਇਆਲੀ ਵੱਲੋਂ ਬਾਗੀ ਸੁਰ ਦੇਖੇ ਗਏ, ਪਾਰਟੀ ਦੇ ਨਾਲ ਨਾਰਾਜ਼ਗੀ ਜਤਾਈ ਗਈ, ਉਸ ਤੋਂ ਬਾਅਦ ਗੁਰਪ੍ਰਤਾਪ ਵਡਾਲਾ ਉਹਨਾਂ ਵੱਲੋਂ ਇੱਕ
ਸਪੋਰਟ ਜਿਹੜੀ ਹੈ ਉਹ ਮਿਲੀ ਕਿ ਚੇਂਜਸ ਜਿਹੜੇ ਨੇ ਪਾਰਟੀ ਦੇ ਅੰਦਰ ਹੋਣੇ ਚਾਹੀਦੇ ਨੇ। ਔਰ ਇਹ ਵੀ ਅੰਦਰ ਸੋਰਸਿਸ ਦੱਸਦੇ ਨੇ ਕਿ ਮਨਪ੍ਰੀਤ ਇਆਲੀ ਇਸ ਝਾਕ 'ਚ ਨੇ ਕਿ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਪਾਰਟੀ ਦੇਵੇ, ਚਾਹੇ ਉਹ ਇੱਕ ਜ਼ੋਨ ਦਾ ਪ੍ਰਧਾਨ ਲਗਾਇਆ ਜਾਵੇ ਜਾਂ ਕੋਰ ਕਮੇਟੀ 'ਚ ਸ਼ਾਮਲ ਕੀਤਾ ਜਾਵੇ, ਜਿਸ ਤੇ ਪਾਰਟੀ ਖਫਾ ਚੱਲ ਰਹੀ ਹੈ। ਔਰ ਪਾਰਟੀ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਉਂਕਿ 2 ਵਾਰ ਦੇ MLA ਨੇ ਤਾਂ ਇਸ ਤਰੀਕੇ ਦੀ ਜ਼ਿੰਮੇਵਾਰੀ ਕਰਨਾ ਉਸ ਤੇ ਵਿਚਾਰ ਹੈ, ਲੇਕਿਨ ਜਿਹੜੇ ਬਾਗੀ ਸੁਰ ਉਹਨਾਂ ਨੇ ਇਖਤਿਆਰ ਕੀਤੇ ਸੀਗੇ ਔਰ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਉਸ ਤੇ ਚਰਚਾ ਹੋਏਗੀ ਕਿ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇ, ਕਿਆ ਜਾਂ ਕੋਈ ਜ਼ਿੰਮੇਵਾਰੀ ਦਿੱਤੀ ਜਾਵੇ। ਔਰ ਦੂਜੇ ਪਾਸੇ ਬਾਕੀ ਪਾਰਟੀ ਨੂੰ ਮਜ਼ਬੂਤ ਕਰਨੇ ਨੂੰ ਲੈ ਕੇ ਪਾਰਟੀ ਦੇ ਜਿਹੜਾ ਸਟਰਕਚਰ ਹੈ ਉਸਨੂੰ ਕਿਵੇਂ ਜ਼ੋਨ ਲੈਵਲ ਤੋਂ ਡਿਸਟ੍ਰਿਕਟ ਲੈਵਲ ਤੋਂ ਮਜ਼ਬੂਤ ਕਰਨਾ ਹੈ, ਇਸ ਤੇ ਚਰਚਾ ਕੀਤੀ ਜਾਣੀ ਹੈ। ਔਰ ਜਿਹੜੀ ਚੁੰਦਾ ਕਮੇਟੀ ਦੀ ਰਿਪੋਰਟ ਹੈ ਜੋ ਸਰਵੇ ਕੀਤਾ ਗਿਆ ਜਿਸ ਦੇ ਮਨਪ੍ਰੀਤ ਇਆਲੀ ਖੁਦ ਮੈਂਬਰ ਵੀ ਸੀਗੇ ਕਿ ਚੋਣਾਂ 'ਚ ਹਾਰਨ ਦਾ ਅਕਾਲੀ ਦਲ ਦਾ ਕਾਰਨ ਕੀ ਹੈ ਔਰ ਕਿਆ ਚੇਂਜਸ ਪਾਰਟੀ ਦੇ ਅੰਦਰ ਕੀਤੇ ਜਾਣੇ ਨੇ, ਤਾਂ ਇਨ ਸਭ ਨੂੰ ਲੈ ਕੇ ਚਰਚਾ ਜਿਹੜੀ ਹੈ ਉਹ ਅੱਜ ਕੋਰ ਕਮੇਟੀ ਦੀ ਬੈਠਕ 'ਚ ਹੋਵੇਗੀ ਔਰ ਕਈ ਚੇਂਜ ਜਿਹੜੇ ਨੇ ਕਈ ਬਦਲਾਅ ਨੇ ਉਹ ਵੇਖਣ ਨੂੰ ਗੁਰਜੋਤ ਮਿਲ ਸਕਦੇ ਨੇ। ਠੀਕ ਹੈ ਅਮਨ, ਧੰਨਵਾਦ ਹੈ तमाम ਜਾਣਕਾਰੀ ਦੇ ਲਈ ਔਰ ਨਜ਼ਰਾਂ ਵੀ ਜਿਹੜੀਆਂ ਰਹਿਣਗੀਆਂ ਅਹਿਮ ਬੈਠਕ ਤੇ ਕਿ ਆਖਰਕਾਰ ਕੀ ਕੁਝ ਇਸ ਦੇ ਵਿੱਚ ਫੈਸਲਾ ਸਾਹਮਣੇ ਆਉਂਦਾ ਜਾਂ ਕਿਸ ਤਰ੍ਹਾਂ ਦੀ ਚਰਚਾ ਰਹਿੰਦੀ ਹੈ।